हाँ जी, ईटीटी 994 ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਕੰਪੀਟੀਸ਼ਨ ਵਾਰੀਅਰ ਇੰਸਟੀਚਿਊਟ ਬਠਿੰਡਾ ਈਟੀਟੀ 994 ਦੀ ਜਿਹੜੀ ਵੀਡੀਓ ਸਟੂਡੈਂਟਸ ਨੂੰ ਦੇ ਰਿਹਾ ਹੈ, ਉਹਦੇ ਵਿੱਚ ਜਿਹੜਾ ਪੇਪਰ ਬੀ ਹੈ ਉਹਦੇ ਵਿੱਚ ਜਿਹੜਾ ਪੰਜਾਬ ਦੇ ਇਤਿਹਾਸ ਦਾ ਟੌਪਿਕ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਦੌਰ ਤੋਂ ਪਿੱਛੇ ਜਿਹੜਾ ਹੈ ਮਿਸਲਾਂ ਦਾ ਦੌਰ, ਤੇ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ, ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਦੌਰ। ਇਹਨੂੰ ਆਪਾਂ ਡਿਸਕਸ ਕਰ ਰਹੇ ਹਾਂ ਇਸ ਟੌਪਿਕ ਨੂੰ ਸਾਰੇ ਨੂੰ। ਤਾਂ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਬਾਬਾ ਬੰਦਾ ਸਿੰਘ ਬਹਾਦਰ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਚਲਾਣਾ ਕਰ ਜਾਣਗੇ। ਤਾਂ ਉਸ ਤੋਂ ਬਾਅਦ ਫਿਰ ਇੱਕ ਸਿੱਖ ਵਾਰੀਅਰ, ਯਾਨੀ ਕਿ ਜਿਹੜਾ ਕਿ ਪਹਿਲਾਂ ਇੱਕ ਹਿੰਦੂ ਵਾਰੀਅਰ ਹੈ, ਬਾਅਦ 'ਚੋਂ ਸਿੱਖ ਧਰਮ ਅਪਣਾਊਗਾ, ਤੇ ਸਿੱਖ ਧਰਮ ਅਪਣਾ ਕੇ ਉਹ ਸਿੱਖ ਧਰਮ ਇੱਕ ਸਿੱਖ ਰਾਜ ਨੂੰ ਟੈਂਪਰੇਰੀ ਜਿਹੜਾ ਹੈ ਉਹ ਖੜਾ ਕਰੂਗਾ ਦੁਬਾਰਾ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਾਣ ਤੋਂ ਬਾਅਦ ਢਾਰਾਢਾਈ ਹੋ ਰਿਹਾ ਹੈ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਾਂ ਡਿਸਕਸ ਕਰਨਾ ਹੈ। ਤਾਂ ਉਹਦੇ ਵਿੱਚ ਬੇਸਿਕਲੀ ਕੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਈਫ ਹਿਸਟਰੀ, ਉਹਨਾਂ ਦੇ ਜਨਮ ਬਾਰੇ ਜਿਹੜੀ ਇੰਪੋਰਟੈਂਟ ਗੱਲਾਂ ਹੈ ਉਹ ਦੇਖਣੀਆਂ ਹੈ। ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦਾ ਜਿਹੜਾ ਸੰਬੰਧ ਡਿਵੈਲਪ ਹੁੰਦਾ ਉਹਨੂੰ ਦੇਖਣਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਉਹ ਲੜਾਈਆਂ ਲੜਨਗੇ ਮੁਗਲਾਂ ਦੇ ਅਤਿਆਚਾਰ ਦੇ ਖਿਲਾਫ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਟਾਰਗੇਟ ਦੇਣਗੇ, ਟੀਚਾ ਦੇਣਗੇ ਕਿ ਆਪਾਂ ਜਿਹੜਾ ਅਨਿਆਏ ਦੇ ਖਿਲਾਫ, ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਲੜਾਈ ਜਾਰੀ ਰੱਖਣੀ ਹੈ। ਉਹ ਜਿਹੜੀ ਲੜਾਈਆਂ ਹੈ ਪੇਪਰ ਦੇ ਐਂਗਲ ਤੋਂ ਉਹ ਆਪਾਂ ਦੇਖਣੀ ਹੈ। ਬੇਸਿਕਲੀ ਬਾਬਾ ਬੰਦਾ ਸਿੰਘ ਬਹਾਦਰ ਦਾ ਮਤਲਬ ਇਹ ਹੈ ਕਿ ਜਿਹੜੀ ਉਹਨਾਂ ਦੀਆਂ ਲੜਾਈਆਂ ਲੜੀਆਂ ਹਨ ਉਹਨਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ, ਇੰਪੋਰਟੈਂਟ ਹੈ। ਕਿਹੜੀ ਲੋਕੇਸ਼ਨਸ ਹੈ, ਕਿੱਥੇ ਉਹਨਾਂ ਨੇ ਕਿਹੜੀ ਰੇਡਸ ਕੀਤੀਆਂ, ਕਿੱਥੇ ਕਿਹਨੂੰ ਕਿਲ ਕੀਤਾ ਗਿਆ, ਇਹ ਸਾਰਾ ਕੁਝ ਆਪਾਂ ਦੇਖਾਂਗੇ ਇਸ ਵੀਡੀਓ ਦੇ ਵਿੱਚ। ਬੇਸਿਕਲੀ ਬੰਦਾ ਸਿੰਘ ਬਹਾਦਰ ਦੀ ਜੇ ਆਪਾਂ ਲਾਈਫ ਹਿਸਟਰੀ ਦੀ ਗੱਲ ਕਰੀਏ ਤਾਂ ਬੇਸਿਕਲੀ ਇਹ ਕਿਹਾ ਗਿਆ, ਕਿਤੇ ਤਾਂ ਇਹ ਜ਼ਿਕਰ ਮਿਲਦਾ ਕਿ ਉਹ ਇੱਕ ਹਿੰਦੂ ਰਾਜਪੂਤ ਡੋਗਰਾ, ਜਿਹੜਾ ਪਹਾੜੀ ਡੋਗਰਾ ਰਾਜਪੂਤ ਸੀ, ਤੇ ਜਿਹਦਾ ਨਾਮ ਸੀਗਾ ਲਛਮਣ ਦਾਸ ਜਾਂ ਲਛਮਣ ਦੇਵ। ਕਿਤੇ ਲਛਮਣ ਦਾਸ ਮਿਲਦਾ, ਕਿਤੇ ਲਛਮਣ ਦੇਵ ਮਿਲਦਾ, ਠੀਕ ਹੈ ਜੀ। ਕਿਤੇ ਇਹ ਕਿਹਾ ਗਿਆ ਕਿ ਉਹ ਸੋਢੀ ਫੈਮਿਲੀ ਤੋਂ ਬਿਲੋਂਗ ਕਰਦੇ ਸਨ, ਤੇ ਖੱਤਰੀ ਫੈਮਿਲੀ ਤੋਂ ਬਿਲੋਂਗ ਕਰਦੇ ਹੋਏ ਉਹ ਇੱਕ ਹਿੰਦੂ ਸਨ, ਤੇ ਬਾਅਦ ਚੋਂ ਫਿਰ ਸਿੱਖ ਧਰਮ ਅਪਣਾ ਕੇ ਉਹ ਗੁਰਬਖਸ਼ ਸਿੰਘ ਦੇ ਨਾਮ ਦੇ ਨਾਲ ਜਾਣੇ ਜਾਣ ਲੱਗ ਗਏ। ਬੇਸਿਕਲੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਨਾਮ ਹੈ ਉਹ ਬੜਾ ਫੇਮਸ ਹੋ ਜਾਊਗਾ, ਪਰ ਗੁਰਬਖਸ਼ ਸਿੰਘ ਜਿਹੜਾ ਨਾਮ ਹੈ, ਜਿਹੜਾ ਕਿ ਲਛਮਣ ਦਾਸ ਜਾਂ ਲਛਮਣ ਦੇਵ ਜਾਂ ਮਾਧੋ ਦਾਸ ਬੈਰਾਗੀ ਨੂੰ ਦਿੱਤਾ ਗਿਆ, ਉਹਦੇ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਤਾਂ ਇਹ ਪੇਪਰ 'ਚ ਪੁੱਛਿਆ ਜਾ ਸਕਦਾ, ਕਈ ਵਾਰ ਪੇਪਰ ਸੈਟਰ ਇਸ ਤਰ੍ਹਾਂ ਹੁੰਦਾ ਕਿ ਕੋਈ ਛੁਪਿਆ ਹੋਇਆ ਸਵਾਲ ਕੱਢ ਕੇ ਲਿਆਂਦਾ ਹੈ, ਤਾਂ ਉਹਦੇ ਵਿੱਚ ਪੁੱਛ ਸਕਦਾ ਕਿ ਕੀ ਸਿੱਖ ਨਾਮ ਬਾਬਾ ਬੰਦਾ ਸਿੰਘ ਬਹਾਦਰ ਤੋਂ ਇਲਾਵਾ ਲਛਮਣ ਦਾਸ ਨੂੰ ਜਾਂ ਲਛਮਣ ਦੇਵ ਨੂੰ ਜਾਂ ਮਾਧੋ ਦਾਸ ਬੈਰਾਗੀ ਨੂੰ ਦਿੱਤਾ ਗਿਆ, ਤਾਂ ਉਹ ਨਾਮ ਸੀਗਾ ਗੁਰਬਖਸ਼ ਸਿੰਘ। ਤਾਂ ਲਛਮਣ ਦਾਸ ਜਾਂ ਲਛਮਣ ਦੇਵ ਜਿਹੜੀ ਇਹ ਪਰਸਨੈਲਿਟੀ ਹੈ, ਇਹ ਬਚਪਨ ਤੋਂ ਹੀ ਇੱਕ ਮਾਰਸ਼ੀਅਲ ਅਪਰੋਚ ਵਾਲੀ ਇੱਕ ਪਰਸਨੈਲਿਟੀ ਹੈ। ਇਹ ਇੱਕ ਇਸ ਤਰ੍ਹਾਂ ਦਾ ਬੱਚਾ ਹੈ, ਨੌਜਵਾਨ ਹੈ, ਜਿਹੜਾ ਕਿ ਸ਼ਿਕਾਰ ਖੇਲਣਾ ਪਸੰਦ ਕਰਦਾ ਹੈ ਬਹੁਤ ਜ਼ਿਆਦਾ, ਤੇ ਜਿਹਦਾ ਦੁਨੀਆਦਾਰੀ ਦੇ ਹੋਰ ਕੰਮਾਂ 'ਚ ਕੋਈ ਜ਼ਿਆਦਾ ਰੁਝਾਨ ਨਹੀਂ ਹੈਗਾ, ਠੀਕ ਹੈ ਜੀ। ਤੇ ਇੱਕ ਦਿਨ ਸ਼ਿਕਾਰ ਖੇਡਦੇ ਉਹ ਇੱਕ ਜਿਹੜੀ ਹਿਰਨੀ ਹੈ ਉਹਨੂੰ ਇਹ ਮਤਲਬ ਕਿ ਉਹਦਾ ਸ਼ਿਕਾਰ ਕਰਦੇ ਹੈ, ਤੇ ਉਹ ਜਿਹੜੀ ਹਿਰਨੀ ਹੈ ਉਹ ਪ੍ਰੈਗਨੈਂਟ ਹੈ। ਉਹ ਜਦੋਂ ਉਹਨੂੰ ਪਾੜਿਆ ਜਾਂਦਾ ਤਾਂ ਉਹਦੇ ਵਿੱਚੋਂ ਇੱਕ ਜ਼ਿੰਦਾ ਬੱਚਾ ਨਿਕਲਦਾ ਹੈ। ਇਹ ਦੇਖ ਕੇ ਇਹਦਾ ਜਿਹੜਾ ਦਿਲ ਹੈ ਉਹ ਡੋਲ ਜਾਂਦਾ ਹੈ ਬੇਸਿਕਲੀ, ਤੇ ਇਹ ਸਾਰਾ ਜਿਹੜਾ ਆਪਦੀ ਸਾਰਾ ਸ਼ਿਕਾਰ ਖੇਲਣਾ ਵਗੈਰਾ ਛੱਡ ਕੇ, ਸਭ ਕੁਝ ਛੱਡ ਕੇ, ਤੇ ਇੱਕ ਬੈਰਾਗੀ ਦੀ ਅਪਰੋਚ 'ਚ ਚਲਾ ਜਾਂਦਾ, ਬੈਰਾਗੀ ਦੀ ਸੋਚ ਦੇ ਵਿੱਚ ਚਲਾ ਜਾਂਦਾ ਹੈ, ਤੇ ਬੈਰਾਗ ਧਾਰ ਲੈਂਦਾ ਹੈ, ਯਾਨੀ ਕਿ ਦੁਨੀਆਦਾਰੀ ਛੱਡ ਦਿੰਦਾ, ਹਥਿਆਰ ਛੱਡ ਦਿੰਦਾ, ਮਾਰਕਟ ਛੱਡ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਆਪਾਂ ਇਹ ਕਹਿ ਸਕਦੇ ਕਿ ਇਹ ਜੀ ਸ਼ਖਸੀਅਤ ਹੈ ਜਿਹੜੀ ਕਿ ਇੱਕ ਭਗਤੀ ਦਾ ਬਹੁਤ ਵੱਡਾ ਅੰਸ਼ ਜਿਹੜਾ ਹੈ ਉਹ ਹੈ, ਉਹ ਫਿਰ ਅੰਤਰਯਾਮੀ ਹੈ, ਉਹਨਾਂ ਤੋਂ ਕੁਝ ਨਹੀਂ ਛੁਪ ਸਕਦਾ। ਉਹਨਾਂ ਨੂੰ ਪਤਾ ਹੈ ਕਿ ਜਿਹੜਾ ਉਹਨਾਂ ਦਾ ਟਾਰਗੇਟ ਹੈ, ਜਿਹੜਾ ਮਿੱਥਿਆ ਹੋਇਆ ਉਹਨਾਂ ਦਾ ਟਾਰਗੇਟ ਸੀ, ਜਿਹੜਾ ਕਿ ਹਜੇ ਪੂਰਾ ਨਹੀਂ ਹੋਇਆ ਸੀ। ਉਹ ਟਾਰਗੇਟ ਕੀ ਸੀ ਕਿ ਮੁਗਲਾਂ ਦਾ ਜਿਹੜਾ ਅਤਿਆਚਾਰ ਹੈ ਉਹ ਖਤਮ ਹੋਣਾ ਚਾਹੀਦਾ ਹੈ, ਧਰਮ ਪਰਿਵਰਤਨ ਦੀ ਜਿਹੜੀ ਇਹ ਦੌੜ ਉਹ ਚਲਾ ਰਹੀ ਹੈ ਉਹ ਬੰਦ ਹੋਣੀ ਚਾਹੀਦੀ ਹੈ। ਉਹ ਇਸ ਟੀਚੇ ਨੂੰ ਪੂਰਾ ਨਹੀਂ ਕਰ ਪਾ ਰਹੇ ਸਨ, ਤੇ ਹਾਲਾਤ ਉਹਨਾਂ ਦੇ ਖਿਲਾਫ ਸਨ। ਤਾਂ ਉਹਨਾਂ ਨੇ ਆਪ ਦਾ ਇੱਕ ਜਿਹੜਾ ਇਹ ਕਹਿ ਲਓ ਕਿ ਫਾਲੋਵਰ ਜਿਹੜਾ ਸੀਗਾ, ਉਹਨੂੰ ਚਾਹੀਦਾ ਸੀਗਾ ਜਿਹੜਾ ਕਿ ਉਹਨਾਂ ਦੇ ਇਸ ਟੀਚੇ ਨੂੰ ਪੂਰਾ ਕਰੇ, ਤੇ ਆਪ ਦੀ ਇਹੀ ਅੰਤਰਯਾਮੀ ਜਿਹੜੀ ਉਹਨਾਂ ਦੀ ਨਜ਼ਰਾਂ ਹਨ, ਐ ਕਹਿ ਲਓ, ਉਸ ਤੋਂ ਉਹ ਇੱਕ ਪਰਸਨੈਲਿਟੀ ਨੂੰ ਲੱਭਦੇ ਹੈ। ਤੇ ਉਹ ਵੀ ਕਿੱਥੇ ਜਾ ਕੇ ਲੱਭਦੇ ਹੈ? ਮਹਾਰਾਸ਼ਟਰ ਦੇ ਵਿੱਚ ਜਾ ਕੇ। ਮਹਾਰਾਸ਼ਟਰ ਦੇ ਵਿੱਚ ਕਿੱਥੇ? ਨਾਂਦੇੜ ਦੇ ਵਿੱਚ। ਕਿਉਂਕਿ ਇਹ ਜਿਹੜਾ ਮਾਧੋ ਦਾਸ ਬੈਰਾਗੀ ਹੈ, ਜਿਹੜਾ ਕਿ 15 ਸਾਲ ਦੀ ਉਮਰ ਤੋਂ ਬਾਅਦ ਮਾਧੋ ਦਾਸ ਬੈਰਾਗੀ ਦੇ ਨਾਮ ਨਾਲ ਜਾਣਿਆ ਜਾਊਗਾ, ਉਰਫ ਲਛਮਣ ਦੇਵ ਉਰਫ ਗੁਰਬਖਸ਼ ਸਿੰਘ, ਇਹ ਨਾਂਦੇੜ ਦੇ ਵਿੱਚ ਜਾ ਕੇ, ਮਹਾਰਾਸ਼ਟਰ ਦੇ ਵਿੱਚ ਜਾ ਕੇ ਇੱਕ ਆਪਦਾ ਡੇਰਾ ਸਥਾਪਿਤ ਕਰ ਲੂਗਾ, ਤੇ ਜਿਹੜਾ ਹੈ ਉਹ ਇਹਨਾਂ ਸਾਰਿਆਂ ਤੋਂ ਦੂਰ ਹੋ ਜਾਊਗਾ, ਦੁਨੀਆਦਾਰੀ ਦੇ ਸਾਰੇ ਚੱਕਰਾਂ ਤੋਂ। ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਇਹਦੇ ਨਾਲ ਗੱਲਬਾਤ ਕਰਨਗੇ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰਾਂ ਤੋਂ ਇਹ ਬਹੁਤ ਪ੍ਰਭਾਵਿਤ ਹੋ ਜਾਊਗਾ, ਤੇ ਪ੍ਰਭਾਵਿਤ ਹੋਣ ਤੋਂ ਬਾਅਦ ਫਿਰ ਇਹ ਸਿੱਖ ਧਰਮ ਅਪਣਾਊਗਾ, ਤੇ ਗੁਰੂ ਸਾਹਿਬ ਦਾ ਦਿੱਤਾ ਹੋਇਆ ਟੀਚਾ ਪੂਰਾ ਕਰਨ ਦੇ ਲਈ ਪੰਜਾਬ 'ਚ ਵਾਪਿਸ ਆਊਗਾ, ਤੇ ਪੰਜਾਬ ਦੇ ਵਿੱਚ ਸਿੱਖ ਰਾਜ ਜਿਹੜਾ ਟੈਂਪਰੇਰੀ ਤੌਰ ਤੇ ਫਿਰ ਖੜਾ ਕੀਤਾ ਜਾਊਗਾ ਕੁਝ ਸਾਲਾਂ ਦੇ ਲਈ।
1708 ਦੇ ਵਿੱਚ ਗੁਰੂ ਸਾਹਿਬ ਚਲਾਣਾ ਕਰਕੇ ਗਏ ਹੈ। 1709 ਦੇ ਵਿੱਚ ਇਹ ਪੰਜਾਬ ਦੇ ਵਿੱਚ ਐਂਟਰ ਕਰਨਗੇ ਤੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਰਫ ਲਛਮਣ ਦੇਵ ਉਰਫ ਮਾਧੋਦਾਸ ਬੈਰਾਗੀ ਉਰਫ ਗੁਰਬਖਸ਼ ਸਿੰਘ ਇਹਨਾਂ ਨੂੰ ਸ਼ਹੀਦ ਕੀਤਾ ਜਾਊਗਾ। ਉਹਨੇ ਸਮੇਂ ਦੇ ਲਈ ਇਹ ਸਮਝ ਕੇ ਚੱਲੋ ਕਿ ਸਿੱਖ ਰਾਜ ਫਿਰ ਟੈਂਪਰੇਰੀ ਜਿਹੜਾ ਹੈ ਉਹ ਸਤਲੁਜ ਤੇ ਯਮੁਨਾ ਜਿਹੜੀ ਰਿਵਰ ਹੈ ਇਹਨਾਂ ਦੇ ਆਸੇ-ਪਾਸੇ ਵਾਲੀ ਬੈਲਟ ਦੇ ਵਿੱਚ, ਬਿਆਸ ਵਾਲੀ ਬੈਲਟ ਦੇ ਵਿੱਚ ਦੁਬਾਰਾ ਡਿਵੈਲਪ ਹੋਣਾ ਸ਼ੁਰੂ ਹੋਊਗਾ। ਪਰ ਫਿਰ 1716 ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਹੈ ਅਫਰਾ ਤਫਰੀ ਫਿਰ ਮਚ ਜੂਗੀ, ਫਿਰ ਅਫਰਾ ਤਫਰੀ ਵਾਪਸ ਕਾਇਮ ਹੋ ਜੂਗੀ ਤੇ ਉਹ ਆਪਾਂ ਦੇਖਾਂਗੇ ਕਿ ਇਹ ਉਦੋਂ ਤੱਕ ਕਾਇਮ ਰਹੂਗੀ ਜਦੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਆ ਕੇ ਕਮਾਲ ਨਹੀਂ ਸੰਭਾਲਣਗੇ ਤੇ ਮਿਸਲਾਂ ਇਹਨੂੰ ਪੂਰੀ ਤਰ੍ਹਾਂ ਜਿਹੜਾ ਹੈ ਅਫਗਾਨਾਂ ਦੇ ਹਮਲਿਆਂ ਨੂੰ ਨਹੀਂ ਰੋਕ ਪਾਉਣਗੇ। ਛੋਟਾ ਘੱਲੂਘਾਰਾ ਹੋਊਗਾ, ਵੱਡਾ ਘੱਲੂਘਾਰਾ ਹੋਊਗਾ, ਯਾਨੀ ਕਿ ਸਾਰਾ ਉਹ ਜਿਹੜਾ ਦੌਰ ਹੈ ਉਹ ਪੰਜਾਬ ਦੇ ਵਿੱਚ ਅਫਰਾ ਤਫਰੀ ਦਾ ਦੌਰ ਰਹੂਗਾ। ਪਰ ਆਪਣਾ ਟੌਪਿਕ ਕੀ ਹੈ ਇਸ ਟਾਈਮ? ਬਾਬਾ ਬੰਦਾ ਸਿੰਘ ਬਹਾਦਰ ਦਾ ਲਾਈਫ ਸਟਾਈਲ, ਉਹਨਾਂ ਦੀ ਲਾਈਫ ਹਿਸਟਰੀ, ਉਹਨਾਂ ਦੀ ਜੀਵਨੀ। ਠੀਕ ਹੈ ਜੀ, ਇਹਨੂੰ ਆਪਾਂ ਡਿਸਕਸ ਕਰਨਾ ਹੈ। ਤੁਹਾਡੇ ਸਾਹਮਣੇ ਸ਼ੀਟਸ ਪਿੱਛੇ ਤਿਆਰ ਕੀਤੀਆਂ ਗਈਆਂ ਹਨ, ਪੁਆਇੰਟ ਟੂ ਪੁਆਇੰਟ ਆਪਾਂ ਡਿਸਕਸ ਕਰਦੇ ਜਾਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੋਂ ਇਲਾਵਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈਆਂ ਲੜੀਆਂ ਹਨ ਉਹ ਬੜੀਆਂ ਇੰਪੋਰਟੈਂਟ ਹਨ ਪੇਪਰ ਦੇ ਐਂਗਲ ਤੋਂ, ਉਹ ਆਪਾਂ ਦੇਖਾਂਗੇ। ਠੀਕ ਹੈ ਜੀ, ਓਕੇ। ਕਹਿੰਦੇ ਕਿ ਬਚਪਨ ਦਾ ਨਾਮ ਕੀ ਹੈ? ਲਛਮਣ ਦੇਵ। ਠੀਕ ਹੈ ਜੀ, ਉਹ ਇੱਕ ਸਿੱਖ ਯੋਧਾ ਅਤੇ ਖਾਲਸਾ ਫੌਜ ਦਾ ਕਮਾਂਡਰ ਸੀ। ਮਤਲਬ ਹੁਣ ਇੱਥੇ ਆਪਾਂ ਡਾਇਰੈਕਟਲੀ ਕਹਿਤਾ ਹੈਗਾ ਕਿ ਉਹ ਇੱਕ ਸਿੱਖ ਯੋਧਾ ਸੀ, ਪਰ ਪਹਿਲਾਂ ਉਹ ਇੱਕ ਹਿੰਦੂ ਵਾਰੀਅਰ ਸੀਗਾ ਇੱਕ ਤਰ੍ਹਾਂ ਕਹਿ ਲਓ। ਬਾਅਦ ਚੋਂ ਫਿਰ ਉਹ ਸਿੱਖ ਧਰਮ ਅਪਣਾ ਕੇ ਸਿੱਖ ਵਾਰੀਅਰ ਬਣ ਜੂਗਾ ਤੇ ਗੁਰੂ ਸਾਹਿਬ ਦਾ ਜਿਹੜਾ ਟੀਚਾ ਹੈ ਉਹਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਵਿੱਚ ਬੰਦੇ ਦੇ ਨਾਮ ਨਾਲ ਐਂਟਰ ਕਰੂਗਾ। 15 ਸਾਲ ਦੀ ਉਮਰ ਵਿੱਚ ਉਸ ਨੂੰ ਮਾਧੋਦਾਸ ਬੈਰਾਗੀ ਦਾ ਨਾਮ ਦਿੱਤਾ ਗਿਆ। ਬੈਰਾਗੀ ਦਾ ਨਾਮ ਕਿਉਂ ਦਿੱਤਾ ਗਿਆ ਇਹ ਆਪਾਂ ਡਿਸਕਸ ਕਰ ਲਿਆ ਹੈਗਾ। ਉਸਨੇ ਨੰਦੇੜ ਵਿਖੇ ਇੱਕ ਡੇਰੇ ਦੀ ਸਥਾਪਨਾ ਕੀਤੀ। ਠੀਕ ਹੈ, ਜਦੋਂ ਇਹ ਐ ਕਹਿ ਲਓ ਕਿ ਵੀ ਜਿਹੜੇ ਆਪਾਂ ਇਸ ਕਹਿੰਦੇ ਬਾਬਾ ਡੋਮ ਦੇ ਵਿੱਚ ਚਲੇ ਜਾਂਦੇ ਆ, ਬਾਬੇ ਬਣ ਜਾਂਦੇ ਆ, ਉਹ ਫਿਰ ਡੇਰੇ ਸਥਾਪਿਤ ਕਰਦੇ ਆ, ਉੱਥੇ ਹੀ ਉਹ ਰਹਿੰਦੇ ਆ, ਉੱਥੇ ਉਹ ਸਾਰੇ ਆਪਦੀ ਕਿਰਿਆਕਲਾਪ ਕਰਦੇ ਆ ਧਰਮ ਨਾਲ ਜੁੜੀਆਂ ਹੋਈਆਂ। ਠੀਕ ਹੈ ਜੀ, ਤਾਂ ਨੰਦੇੜ ਦੇ ਵਿੱਚ ਉਹਨਾਂ ਨੇ ਇੱਕ ਡੇਰਾ ਸਥਾਪਿਤ ਕੀਤਾ। ਚਲੋ ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ ਮਿਲਣ ਦੌਰਾਨ ਆਪ ਦੀ ਫੇਰੀ ਉਪਰੰਤ ਬੰਦਾ ਸਿੰਘ ਬਹਾਦਰ ਨੂੰ 1708 ਈਸਵੀ ਵਿੱਚ ਮਿਲੇ। ਐਕਚੁਅਲੀ ਕਾਲ ਆਈ ਹੋਈ ਸੀ, ਬੁਲਾਇਆ ਗਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਹੈ ਉਹ ਮੁਗਲ ਜਿਹੜਾ ਸਮਰਾਟ ਹੈ, ਜਿਹੜਾ ਮੁਗਲ ਰਾਜਾ ਹੈ ਬਹਾਦਰ ਸ਼ਾਹ ਪਹਿਲਾ, ਉਹਦੇ ਸਮਕਸ਼ ਪੇਸ਼ ਹੋਣ। ਤਾਂ ਉਹਨੂੰ ਮਿਲਣ ਦੇ ਲਈ ਗੁਰੂ ਸਾਹਿਬ ਗਏ ਹੈ ਮਹਾਰਾਸ਼ਟਰ ਦੇ ਵਿੱਚ, ਨਾਂਦੇੜ ਦੇ ਵਿੱਚ। ਉੱਥੇ ਹੀ ਇਹਨਾਂ ਨੂੰ ਮਾਧੋਦਾਸ ਬੈਰਾਗੀ ਮਿਲੂਗਾ ਤੇ ਆਪਸ ਇਹਨਾਂ ਦੀ ਗੱਲਬਾਤ ਹੋਊਗੀ। ਮਾਧੋਦਾਸ ਬੈਰਾਗੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਊਗਾ, ਸਿੱਖ ਧਰਮ ਅਪਣਾਊਗਾ ਤੇ ਗੁਰੂ ਸਾਹਿਬ ਦਾ ਜਿਹੜਾ ਅਧੂਰਾ ਟੀਚਾ ਉਹਨੂੰ ਪੂਰਾ ਕਰਨ ਦੇ ਲਈ ਪੰਜਾਬ 'ਚ ਐਂਟਰ ਕਰੂਗਾ। ਬੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਬਣ ਗਿਆ ਅਤੇ ਉਸ ਨੂੰ ਨਵਾਂ ਨਾਮ ਗੁਰਬਖਸ਼ ਸਿੰਘ ਦਿੱਤਾ ਗਿਆ। ਯਾਨੀ ਕਿ ਸਿੱਖ ਧਰਮ ਅਪਣਾ ਕੇ ਹੁਣ ਉਹ ਸਿੱਖ ਬਣ ਚੁੱਕਿਆ ਹੈ ਤੇ ਸਿੱਖ ਵਾਲੀ ਟੋਨ ਦੇ ਵਿੱਚ ਆ ਗਿਆ ਹੈ ਕਿ ਜਿਹੜਾ ਧੱਕਾ ਹੈ, ਜ਼ਬਰ ਜ਼ੁਲਮ ਹੈ, ਅਨਿਆਏ ਹੈ, ਉਹਨੂੰ ਨਹੀਂ ਆਪਾਂ ਸਹਿਣਾ ਤੇ ਉਹਦਾ ਖਾਤਮਾ ਕਰਨਾ ਹੈ। ਠੀਕ ਹੈ ਜੀ, ਇਹ ਸ਼ੀਟ ਤੁਹਾਡੇ ਸਾਹਮਣੇ ਹੈ, ਇਹਨੂੰ ਤੁਸੀਂ ਡਿਸਕਸ ਕਰਨਾ ਹੈ, ਮਤਲਬ ਸਕਰੀਨਸ਼ਾਟ ਲੈ ਲਓ ਤੇ ਆਪਾਂ ਡਿਸਕਸ ਇਹਨੂੰ ਕਰ ਲਿਆ ਹੈ ਤਾਂ ਕਿ ਤੁਹਾਨੂੰ ਮੌਕੇ ਦੇ ਉੱਪਰ ਤੁਸੀਂ ਫਾਈਨਲ ਪੁਆਇੰਟਸ ਨੂੰ ਯਾਦ ਕਰ ਸਕੋ। ਨੈਕਸਟ ਸਲਾਈਡ ਤੇ ਚੱਲਦੇ ਹਾਂ। ਕਹਿੰਦਾ ਕਿ ਖਾਲਸਾ ਧਾਰਨ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ 5 ਤੀਰ ਆਸ਼ੀਰਵਾਦ ਵਜੋਂ ਦੇ ਕੇ ਮੁਗਲਾਂ ਦੇ ਖਿਲਾਫ ਲੜਾਈਆਂ ਲਈ ਪੰਜਾਬ ਭੇਜਿਆ। ਬੇਸਿਕਲੀ ਇੱਕ ਇਹ ਕਹਿ ਲਓ ਕਿ ਇੱਕ ਪਰੰਪਰਾ ਹੈ ਕਿ ਯੋਧੇ ਨੂੰ ਤੀਰ ਤੇ ਕਮਾਨ ਹੀ ਸੋਹਣੇ ਲੱਗਦੇ ਹੈ, ਤਾਂ ਗੁਰੂ ਸਾਹਿਬ ਆਸ਼ੀਰਵਾਦ ਵਜੋਂ 5 ਤੀਰ ਤੇ ਇੱਕ ਕਮਾਨ ਦੇ ਕੇ ਗੁਰਬਖਸ਼ ਸਿੰਘ ਨੂੰ ਜਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵੱਲ ਘੱਲਣਗੇ। ਠੀਕ ਹੈ ਜੀ, ਓਕੇ। ਸਭ ਤੋਂ ਪਹਿਲਾਂ ਇਹਨਾਂ ਦੀ ਰੇਡ ਹੋਊਗੀ ਖੰਡਾ ਦੇ ਵਿੱਚ। ਖੰਡਾ ਇੱਕ ਜਗ੍ਹਾ ਹੈ ਕਿਹੜੀ, ਜਿਹੜੀ ਕਿ ਅੱਜ ਐਗਜ਼ਿਸਟਿੰਗ ਦੇ ਹਰਿਆਣਾ ਦੇ ਵਿੱਚ ਸੋਨੀਪਤ ਡਿਸਟ੍ਰਿਕਟ ਹੈ, ਉੱਥੇ ਪੈਂਦੀ ਹੈ ਇਹ ਜਗ੍ਹਾ। ਉੱਥੇ ਇਹ ਇਕੱਠੇ ਹੋਣਗੇ, ਹੋਰ ਲਾਈਕ ਮਾਈਂਡਡ ਜਿਹੜੇ ਇਹਨਾਂ ਦੇ ਵਿਚਾਰਾਂ ਦੇ ਲੋਕ ਹੈ ਉਹਨਾਂ ਨੂੰ ਇਕੱਠਾ ਕਰਨਗੇ, ਜਿਹੜੇ ਹੋਰ ਸਿੱਖ ਹੈ ਉਹਨਾਂ ਨੂੰ ਇਕੱਠਾ ਕਰਨਗੇ। ਠੀਕ ਹੈ ਜੀ, ਤੇ ਇਕੱਠਾ ਕਰਕੇ ਇੱਕ ਤਰ੍ਹਾਂ ਦੀ ਇੱਕ ਸਿੱਖ ਫੌਜ ਇਹ ਬਣਾਉਣਗੇ। ਕਿੱਥੇ? ਖੰਡਾ ਦੇ ਵਿੱਚ। ਖੰਡੇ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਇਹ ਸੋਨੀਪਤ ਦੇ ਵਿੱਚ ਹੈ। ਉਹ ਸੋਨੀਪਤ ਵਿੱਚ ਖੰਡਾ ਨਾਮਕ ਸਥਾਨ ਉੱਤੇ ਪੁੱਜਿਆ ਅਤੇ ਮੁਗਲਾਂ ਦੇ ਵਿਰੁੱਧ ਲੜਾਈ ਲਈ ਫੌਜ ਇਕੱਠੀ ਕੀਤੀ। ਫੌਜ ਤਾਂ ਚਾਹੀਦੀ ਹੈ ਲੜਨ ਦੇ ਲਈ, ਉਥੋਂ ਤਾਂ ਇਹ ਕੁਝ ਬੰਦੇ ਚੱਲੇ ਹਨ, ਪਰ ਜੇ ਸਮਾਣਾ ਤੇ ਚੱਪੜਚਿੜੀ ਵਰਗੇ ਲੜਾਈਆਂ ਹੋਣਗੀਆਂ ਤੁਸੀਂ ਦੇਖੋਗੇ ਕਿ ਢਾਰਾਢੇ ਕਰ ਦੇਣਗੇ ਬਿਲਕੁਲ ਮੁਗਲ ਸਿਸਟਮ ਨੂੰ। ਤੇ ਉਹ ਸਾਰੇ ਲੋਕ ਜਿਹੜੇ ਸਿੱਖ ਹਨ ਉਹ ਇਹਨਾਂ ਨਾਲ ਮਿਲ ਕੇ ਚੱਲਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੁਪਨਾ ਪੂਰਾ ਕਰਨਗੇ। ਠੀਕ ਹੈ ਜੀ, ਓਕੇ। ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਵੱਡੀ ਕਾਰਵਾਈ ਨਵੰਬਰ 1709 ਚ ਹੋਊਗੀ। ਠੀਕ ਹੈ ਜੀ, ਮੁਗਲ ਸੂਬਾਈ ਰਾਜਧਾਨੀ ਸਮਾਣਾ ਨੂੰ ਢਾਉਣਾ। ਸਮਾਣਾ ਜਿਹੜਾ ਕਿ ਐਗਜ਼ਿਸਟਿੰਗ ਦੇ ਪਟਿਆਲਾ ਦੇ ਵਿੱਚ ਹੈ, ਉੱਥੇ ਇਹ ਢਾ ਦੇਣਗੇ ਸਾਰਾ ਕੁਝ। ਉਹ ਇਹਨਾਂ ਦੀ ਸੂਬਾਈ ਰਾਜਧਾਨੀ ਹੈ, ਕਿਹਨਾਂ ਦੀ? ਮੁਗਲਾਂ ਦੀ।
ਇੱਥੇ ਗਵਰਨਰ ਬੈਠਾ ਹੈ, ਠੀਕ ਹੈ ਜੀ। ਵਜ਼ੀਰ ਖਾਨ ਇੱਥੇ ਬੈਠਾ ਹੈ, ਆਪਾਂ ਦੇਖਾਂਗੇ ਉਹਨੂੰ ਕਤਲ ਕੀਤਾ ਜਾਊਗਾ ਚੱਪੜਚਿੜੀ ਦੀ ਬੈਟਲ ਦੇ ਵਿੱਚ, ਠੀਕ ਹੈ ਜੀ। ਓਕੇ, ਕਹਿੰਦੇ ਪੰਜਾਬ ਵਿੱਚ ਆਪਣਾ ਅਧਿਕਾਰ ਤੇ ਖਾਲਸਾ ਰਾਜ ਸਥਾਪਿਤ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਅਤੇ ਕਾਸ਼ਤਕਾਰਾਂ ਨੂੰ ਜਾਇਦਾਦ ਦੇ ਅਧਿਕਾਰ ਦਿੱਤੇ। एक इंपॉर्टेंट सवाल बनूगा कि बंदा सिंह बहादुर ने जो पंजाब च वापस आके सिख राज ਨੂੰ ਸਥਾਪਿਤ ਕੀਤਾ ਤਾਂ ਫਿਰ ਉਹਨਾਂ ਨੇ ਕੀ ਰਿਫਾਰਮਸ ਸੁਧਾਰ ਕੀ ਕੀਤੇ? ਤਾਂ ਸੁਧਾਰ ਉਹਨਾਂ ਨੇ ਇਹ ਕੀਤੇ ਕਿ ਉਹਨਾਂ ਨੇ ਕੀ ਕੀਤਾ, ਜ਼ਮੀਂਦਾਰੀ ਸਿਸਟਮ ਨੂੰ ਖਤਮ ਕੀਤਾ ਤੇ ਲੋਕਾਂ ਨੂੰ ਜਿਹੜੀ ਹੈ ਉਹ ਜ਼ਮੀਨ ਵੰਡਤੀ, ਜ਼ਮੀਨ ਏਰੀਆ ਦੇ ਉੱਪਰ ਕਬਜ਼ਾ ਕਰ ਲਿਆ। ਏਰੀਆ 'ਚ ਜਿਹੜੀ ਜ਼ਮੀਨ ਸਾਰੀ ਆਈ ਉਹ ਸਾਰੇ ਕਾਸ਼ਤਕਾਰਾਂ ਨੂੰ ਦੇਤੀ ਤੇ ਜ਼ਮੀਂਦਾਰੀ ਸਿਸਟਮ ਖਤਮ ਕਰਤਾ, ਕਿਉਂਕਿ ਜ਼ਮੀਂਦਾਰੀ ਸਿਸਟਮ ਇੱਕ ਇਸ ਤਰ੍ਹਾਂ ਦਾ ਸਿਸਟਮ ਇੰਡੀਆ ਦੇ ਵਿੱਚ ਸ਼ੁਰੂ ਤੋਂ ਅਪਣਾਇਆ ਗਿਆ ਜਿਹਦੇ ਵਿੱਚ ਕੀ ਹੈ ਕਿ ਜਿਹੜਾ ਵੱਡਾ ਲੈਂਡਲॉर्ड ਹੈ, ਵੱਡਾ ਜ਼ਿਮੀਂਦਾਰ ਹੈਗਾ, ਉਹ ਛੋਟੇ ਕਿਸਾਨਾਂ ਦਾ ਖੂਨ ਚੂਸਦਾ ਹੈ ਤੇ ਉਹਨਾਂ ਤੋਂ ਕਰ ਲੈ ਕੇ, ਉਹਨਾਂ ਤੋਂ ਮਤਲਬ ਰੈਵਨਿਊ ਲੈ ਕੇ, ਪੈਸਾ ਰੁਪਇਆ ਲੈ ਕੇ ਸਾਰਾ ਤੇ ਦਰਬਾਰ ਤੱਕ ਪਹੁੰਚਾਉਂਦਾ ਹੈ ਰਾਜੇ ਦੇ। ਤੇ ਇਹ ਜਿਹੜਾ ਸ਼ੋਸ਼ਣ ਹੈ ਇਹਨੂੰ ਰੋਕਿਆ ਗਿਆ ਤੇ ਉਹਦੇ ਲਈ ਕੀ ਕੀਤਾ ਗਿਆ ਕਿ ਜ਼ਿਮੀਂਦਾਰੀ ਸਿਸਟਮ ਨੂੰ ਖਤਮ ਕੀਤਾ ਗਿਆ। ਕਿਹਦੇ ਦੁਆਰਾ? ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਰਾ। ਇਹ ਇੰਪੋਰਟੈਂਟ ਹੈ ਕਿ ਰਿਫਾਰਮ ਦੇ ਵਿੱਚ, ਸੁਧਾਰ ਦੇ ਵਿੱਚ ਜ਼ਿਮੀਂਦਾਰੀ ਪ੍ਰਣਾਲੀ ਨੂੰ ਖਤਮ ਕਰਨਾ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਮੁੱਖ ਕੰਮ ਮੰਨਿਆ ਜਾਊਗਾ, ਠੀਕ ਹੈ ਜੀ। ਓਕੇ, ਅੱਗੇ ਆਨੇ ਆਪਾਂ। ਸਮਾਣਾ ਇਹਨਾਂ ਨੇ ਜਿੱਤ ਲਿਆ। ਉਹਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਫਤਿਹ ਸਿੰਘ ਨੂੰ ਸਮਾਣਾ ਦਾ ਗਵਰਨਰ ਨਿਯੁਕਤ ਕੀਤਾ। ਇੱਥੇ ਇੱਕ ਹੋਰ ਪਰਸਨੈਲਿਟੀ ਆ ਗਈ, ਫਤਿਹ ਸਿੰਘ। ਇਹ ਸਾਰੇ ਸਿੱਖ ਵਾਰੀਅਰਸ ਹਨ, ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਫਤਿਹ ਸਿੰਘ, ਠੀਕ ਹੈ ਜੀ। ਇਹ ਸਾਰੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਚੱਲ ਰਹੇ ਹਨ ਤੇ ਫਤਿਹ ਸਿੰਘ ਨੂੰ ਗਵਰਨਰ ਬਣਾਇਆ ਜਾਊਗਾ। ਕਿੱਥੋਂ ਦਾ? ਸਮਾਣਾ ਦਾ, ਠੀਕ ਹੈ ਜੀ। ਇਹ ਤੁਸੀਂ ਧਿਆਨ ਰੱਖਣਾ ਹੈ, ਕਈ ਵਾਰ ਵਿੱਚੋਂ ਇਹ ਸਵਾਲ ਪੁੱਛ ਲੈਂਦੇ ਆ। 1709 ਦੇ ਵਿੱਚ ਸਮਾਣਾ ਦੀ ਬੈਟਲ ਹੋ ਚੁੱਕੀ ਹੈ। 1702 ਸਾਲ ਚੜ ਗਿਆ। ਮੋਸਟ ਇੰਪੋਰਟੈਂਟ ਬੈਟਲ ਹੈ, ਬੈਟਲ ਆਫ ਚੱਪੜਚਿੜੀ। ਜਿਹੜਾ ਚੱਪੜਚਿੜੀ ਇਲਾਕਾ ਹੈ ਉਹ ਅੱਜ ਦਾ ਜਿਹੜਾ SAS ਨਗਰ ਮੋਹਾਲੀ ਹੈ, ਜਿਹੜਾ ਆਪਣਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਇੱਥੇ ਲੜਾਈ ਹੋਊਗੀ, ਸਿੱਖ ਜਿੱਤਣਗੇ। ਡੇਟ ਕੀ ਹੈ? 12 ਮਈ 1710 ਚੱਪੜਚਿੜੀ ਦੀ ਲੜਾਈ ਹੈ, ਮੋਹਾਲੀ ਦੇ ਵਿੱਚ ਜਗ੍ਹਾ ਹੈ, ਸਿੱਖਾਂ ਦੀ ਜਿੱਤ ਹੋਊਗੀ। ਇਸ ਬੈਟਲ 'ਚ ਹੋਊਗਾ ਕੀ, ਆਪਾਂ ਗੱਲ ਕਰਕੇ ਆਏ ਹਾਂ। ਜਿਹੜਾ ਗਵਰਨਰ ਹੈ ਸਰਹਿੰਦ ਦਾ, ਵਜ਼ੀਰ ਖਾਨ ਤੇ ਦੀਵਾਨ ਸੁੱਚਾਨੰਦ, ਇਹ ਦੋਨੋਂ ਬੰਦੇ ਜ਼ਿੰਮੇਦਾਰ ਹਨ ਕਿਹਦੀ ਸ਼ਹੀਦੀ ਵਾਸਤੇ? ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਸਤੇ, ਜਿਨ੍ਹਾਂ ਨੂੰ ਨੀਹਾਂ 'ਚ ਚਿਣਵਾਇਆ ਗਿਆ। ਤਾਂ ਇਹਨਾਂ ਨੂੰ ਬਦਲਾ ਲਿੱਤਾ ਜਾਊਗਾ ਤੇ ਇਹਨਾਂ ਨੂੰ ਮਰਡਰ ਕੀਤਾ ਜਾਊਗਾ। ਕਿਹਨੂੰ? ਵਜ਼ੀਰ ਖਾਨ ਨੂੰ ਤੇ ਦੀਵਾਨ ਸੁੱਚਾਨੰਦ ਨੂੰ। ਜਿਹੜਾ ਕਿ ਵਜ਼ੀਰ ਖਾਨ ਹੈ ਉਹ ਸਰਹਿੰਦ ਦਾ ਕੀ ਹੈ? ਗਵਰਨਰ ਹੈ, ਠੀਕ ਹੈ ਜੀ। ਸੂਬਾਈ ਰਾਜਧਾਨੀ ਹੈ ਸਰਹਿੰਦ, ਉੱਥੇ ਗਵਰਨਰ ਹੈ ਵਜ਼ੀਰ ਖਾਨ, ਉਹਨੂੰ ਮਰਡਰ ਕੀਤਾ ਜਾਊਗਾ ਤੇ ਦੀਵਾਨ ਸੁੱਚਾਨੰਦ ਨੂੰ ਵੀ ਮਰਡਰ ਕੀਤਾ ਜਾਊਗਾ, ਠੀਕ ਹੈ ਜੀ। ਬੈਟਲ ਆਫ ਚੱਪੜਚਿੜੀ ਦੇ ਵਿੱਚ, ਚੱਪੜਚਿੜੀ ਦੀ ਬੈਟਲ ਦੇ ਵਿੱਚ। ਚੱਪੜਚਿੜੀ ਕਿੱਥੇ ਹੈ ਤੁਸੀਂ ਦੇਖ ਲਿਆ। ਬੈਟਲ ਕਿਸ ਡੇਟ ਨੂੰ ਹੋਈ, ਕਿਸ ਸਾਲ ਨੂੰ ਹੋਈ, ਇਹ ਤੁਸੀਂ ਦੇਖ ਲਿਆ ਹੈ, 12 ਮਈ 1710, ਠੀਕ ਹੈ ਜੀ। ਇਹ ਇੰਪੋਰਟੈਂਟ ਹੈ। ਨੈਕਸਟ ਚੱਲਦੇ ਹਾਂ। ਇਸ ਲੜਾਈ ਵਿੱਚ ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਅਤੇ ਦੀਵਾਨ ਸੁੱਚਾਨੰਦ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਜ਼ਿੰਮੇਵਾਰ ਸਨ, ਮਾਰੇ ਗਏ ਸਨ। ਉਰੇ ਸ਼ਸ਼ਲ ਬੇਗ ਤੇ ਬਸ਼ਲ ਬੇਗ ਇਹ ਨਾਮ ਦੇ ਜਿਹੜੇ ਦੋ ਜੱਲਾਦ ਹਨ, ਉਹਨਾਂ ਜਿਹੜੇ ਕਿ ਜ਼ਿੰਮੇਦਾਰ ਹਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਲਈ, ਉਹਨਾਂ ਨੂੰ ਸ਼ਹੀਦ ਕਰਨ ਦੇ ਲਈ, ਉਹਨਾਂ ਨੂੰ ਵੀ ਇੱਥੇ ਸਾਰਾ ਸਿਸਟਮ ਦੇਖਿਆ ਜਾਊਗਾ ਮਾਰਕਟ ਕਰਦੇ ਵਕਤ, ਠੀਕ ਹੈ ਜੀ। ਓਕੇ, ਇਸ ਲੜਾਈ ਤੋਂ ਬਾਅਦ ਬੰਦਾ ਨੇ ਸਤਲੁਜ ਤੋਂ ਜਮੁਨਾ ਤੱਕ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ। ਯਾਨੀ ਕਿ ਚੱਪੜਚਿੜੀ ਦੀ ਜੰਗ ਤੋਂ ਬਾਅਦ ਕਿਹੜਾ ਸਾਰਾ ਇਲਾਕਾ ਹੈ? ਸਤਲੁਜ ਤੋਂ ਲੈ ਕੇ ਜਮੁਨਾ ਤੱਕ ਦਾ, ਯਾਨੀ ਕਿ ਜਿਹੜਾ ਯੂਪੀ ਨੂੰ ਬਾਰਡਰ ਟੱਚ ਕਰ ਰਿਹਾ, ਦਿੱਲੀ ਦੇ ਆਸ-ਪਾਸ ਦਾ ਸਾਰਾ ਏਰੀਆ, ਹਰਿਆਣੇ ਦੇ ਵਿੱਚ ਸੋਨੀਪਤ, ਪਾਨੀਪਤ, ਇਹ ਸਾਰੇ ਇਲਾਕੇ ਜਿਹੜੇ ਹੈ ਸਤਲੁਜ ਤੱਕ ਦੇ ਸਾਰੇ ਇਲਾਕੇ, ਇਹ ਸਾਰੇ ਕਿਹਦੇ ਕਬਜ਼ੇ 'ਚ ਆ ਜਾਣਗੇ? ਬਾਬਾ ਬੰਦਾ ਸਿੰਘ ਬਹਾਦਰ ਦੇ। ਪ੍ਰੋਬਲਮ ਕਿੱਥੇ ਖੜੀ ਹੋਊਗੀ? ਦਿੱਲੀ ਦੇ ਵਿੱਚ ਮੁਗਲ ਜਿਹੜਾ ਸਿਸਟਮ ਹੈ, ਸਮਰਾਟ ਹੈ, ਜਿਹੜੇ ਉਹਨਾਂ ਦੀ ਰਾਜਧਾਨੀ ਹੈ ਮੇਨ, ਉੱਥੇ ਬੈਠੇ ਹੈ। ਜਿਹੜੀ ਸੂਬਾਈ ਰਾਜਧਾਨੀ ਹੈ ਲਾਹੌਰ, ਤਾਂ ਲਾਹੌਰ ਤੇ ਦਿੱਲੀ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਦੀ ਫੋਰਸ ਵਿੱਚ ਖੜੀ ਹੋ ਗਈ ਹੈ ਜਿਹੜੀ ਕਿ ਮੁਗਲ ਰਾਜ ਨੂੰ ਸੌਖੇ ਤਰੀਕੇ ਨਾਲ ਚੱਲਣ ਨਹੀਂ ਦਊਗੀ। ਤਾਂ ਕਰਕੇ ਫਿਰ ਕੀ ਹੈ ਕਿ ਜਿਹੜਾ ਮੁਗਲ ਸਮਰਾਟ ਹੈ ਉਹਨਾਂ ਦਾ ਧਿਆਨ ਸਿੱਖ ਫੌਜਾਂ ਵੱਲ ਆਊਗਾ ਕਿ ਇਸ ਤਰ੍ਹਾਂ ਇਹਨਾਂ ਨੂੰ ਜੇ ਐਂ ਚੱਲਦਾ ਰਿਹਾ ਤਾਂ ਫਿਰ ਜਿਹੜਾ ਮੁਗਲ ਰਾਜ ਹੈ ਉਹਨੂੰ ਪ੍ਰੋਬਲਮ ਖੜੀ ਹੋ ਜੂਗੀ। ਇਸ ਲਈ ਕੀ ਕੀਤਾ ਜਾਊਗਾ ਕਿ ਇਹਨਾਂ ਨੂੰ ਪਰਸੀਕਿਊਟ ਕਰਨ ਦੇ ਲਈ ਜਾਂ ਫਿਰ ਸਿੱਖ ਫੌਜਾਂ ਨੂੰ ਖਤਮ ਕਰਨ ਦੇ ਲਈ ਪੂਰੀ ਮੁਹਿੰਮ ਚਲਾਈ ਜਾਊਗੀ ਤੇ ਉਹਦੇ ਵਿੱਚ ਜਿਹੜਾ ਮੁਗਲ ਸਮਰਾਟ ਹੈ ਉਹ ਖੁਦ ਇਨਵੋਲਵ ਹੋ ਜਾਊਗਾ। ਉਹ ਕੌਣ ਹੈ? ਫਰੂਖ ਸਿਆਰ। ਆਪਾਂ ਦੇਖਾਂਗੇ ਅੱਗੇ ਕਿਵੇਂ ਆਊਗਾ। ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਪਿੰਡ ਨੂੰ ਆਪਣੀ ਰਾਜਧਾਨੀ ਬਣਾਇਆ, ਠੀਕ ਹੈ ਜੀ। ਮੁਖਲਿਸਗੜ੍ਹ ਕਿੱਥੇ ਹੈ? ਬਿਲਾਸਪੁਰ ਤਹਿਸੀਲ, ਜਮੁਨਾ ਨਗਰ। ਹਰਿਆਣੇ ਦੇ ਵਿੱਚ ਜਿਹੜਾ ਡਿਸਟ੍ਰਿਕਟ ਹੈ ਯਮੁਨਾ ਨਗਰ, ਉਹਦੀ ਇੱਕ ਤਹਿਸੀਲ ਹੈ ਬਿਲਾਸਪੁਰ, ਉੱਥੇ ਇੱਕ ਜਗ੍ਹਾ ਹੈ ਉਹਨੂੰ ਮੁਖਲਿਸਗੜ੍ਹ ਕਿਹਾ ਗਿਆ ਹੈ। ਉਹਨੂੰ ਹੀ
ਲੋਹਗੜ੍ਹ ਕਿਹਾ ਜਾਊਗਾ ਬੇਸਿਕਲੀ। यानी कि ਤੁਹਾਨੂੰ ਸਵਾਲ ਆਊਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਦੀ ਰਾਜਧਾਨੀ ਕਿੱਥੇ ਬਣਾਈ, ਤਾਂ ਉਹ ਕਿੱਥੇ ਬਣਾਈ? ਲੋਹਗੜ੍ਹ ਦੇ ਵਿੱਚ। ਉਹਨੂੰ ਹੀ ਕੀ ਨਾਮ, ਉਹਦਾ ਕੀ ਨਾਮ ਸੀ? ਮੁਖਲਿਸਗੜ੍ਹ। ਇਹ ਇਲਾਕਾ ਕਿੱਥੇ ਪੈਂਦਾ ਹੈ? ਡਿਸਟ੍ਰਿਕਟ ਯਮੁਨਾ ਨਗਰ ਦੇ ਵਿੱਚ, ਬਿਲਾਸਪੁਰ ਤਹਿਸੀਲ ਹੈ ਹਰਿਆਣੇ ਦੇ ਵਿੱਚ, ਉੱਥੇ ਇਹ ਇਲਾਕਾ ਪੈਂਦਾ ਹੈ। ਉਹਨੂੰ ਆਪਦੀ ਰਾਜਧਾਨੀ ਬਣਾਈ ਤੇ ਉੱਥੇ ਇੱਕ ਟਕਸਾਲ ਵੀ ਖੜੀ ਕੀਤੀ, ਯਾਨੀ ਕਿ ਜਿਹੜੀ ਸਿੱਕੇ ਘੜਨ ਵਾਲੀ ਜਿਹੜੀ ਟਕਸਾਲ ਹੈ ਉਹ ਵੀ ਖੜੀ ਕੀਤੀ। ਸਮਾਣਾ ਦੇ ਵਿੱਚ ਵੀ ਇਹ ਸਿੱਕੇ ਘੜਨ ਵਾਲੀ ਜਿਹੜੀ ਟਕਸਾਲ ਉਹਨੂੰ ਲੁੱਟਣਗੇ, ਉਹਦੇ ਉੱਪਰ ਕਬਜ਼ਾ ਕਰਨਗੇ ਤੇ ਉਸ ਤੋਂ ਬਾਅਦ ਨਾਨਕਸ਼ਾਹੀ ਸਿੱਕੇ ਜਾਰੀ ਕਰਨਗੇ। ਆਪਾਂ ਨੂੰ ਪਤਾ ਦੋ ਪਰਸਨੈਲਿਟੀਜ਼ ਨੇ ਨਾਨਕਸ਼ਾਹੀ ਸਿੱਕੇ ਜਾਰੀ ਕੀਤੇ ਹੈ, ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਤੇ ਦੂਸਰੇ ਕਿਹੜੇ ਹਨ? ਬਾਬਾ ਬੰਦਾ ਸਿੰਘ ਬਹਾਦਰ। ਠੀਕ ਹੈ ਜੀ, ਓਕੇ। ਉਸਨੇ ਮੁਖਲਿਸਗੜ੍ਹ ਦਾ ਨਾਮ ਬਦਲ ਕੇ ਕੀ ਕਰਤਾ? ਲੋਹਗੜ੍ਹ। ਕਿੱਥੇ ਹੈ? ਯਮੁਨਾ ਨਗਰ ਜ਼ਿਲ੍ਹੇ ਦੀ ਬਿਲਾਸਪੁਰ ਤਹਿਸੀਲ ਦੇ ਵਿੱਚ। ਠੀਕ ਹੈ ਜੀ, ਉੱਥੇ ਇੱਕ ਟਕਸਾਲ ਵੀ ਬਣਾਈ। ਮਿੰਟਿੰਗ मतलब राज करने का एक तरीका की है कि सीधे तौर पे सिक्के चला दो, पहला चारे पासे सिक्के चलणगे, पर इस महान शख्सियत ने सिक्के आपदे नाम ते नहीं चलाए, इन्हें गुरु नानक देव जी दे नाम ते सिक्के चलाए। ठीक है जी, आगे आ जाओ। 1710 टप चुका है, हुण 1712 की गल आ गई। कहता मुगल एंपरर, नवा मुगल एंपरर आ गया। ठीक है जी, वो कौन है? फरूख सियार है, फरूख सियार। एक नवा गवर्नर लेके आऊगा, ਉਹਦਾ ਨਾਮ ਕੀ ਹੈ? ਅਬਦੁਸ ਸਮਾਦ ਖਾਨ। ਇਹ ਅਬਦੁਸ ਸਮਾਦ ਖਾਨ ਉਹੀ ਬੰਦਾ ਹੈ ਜਿਹੜਾ ਬੈਟਲ ਆਫ ਗੁਰਦਾਸ ਨੰਗਲ ਚ ਆਊਗਾ। ਬੈਟਲ ਆਫ ਗੁਰਦਾਸ ਨੰਗਲ ਆਪਾਂ ਦੇਖਾਂਗੇ, ਬਹੁਤ ਇੰਪੋਰਟੈਂਟ ਬੈਟਲ ਹੈ ਹਿਸਟਰੀ ਦੇ ਐਂਗਲ ਤੋਂ। ਅਬਦੁਸ ਸਮਾਦ ਖਾਨ ਨੂੰ ਕੀ ਅਪਾਇੰਟ ਕੀਤਾ ਗਿਆ? ਗਵਰਨਰ ਆਫ ਲਾਹੌਰ। ਤੇ ਜ਼ਕਰੀਆ ਖਾਨ ਨੂੰ ਕੀ ਕੀਤਾ ਗਿਆ? ਜਿਹੜਾ ਕਿ ਅਬਦੁਸ ਸਮਾਦ ਖਾਨ ਦਾ ਮੁੰਡਾ ਹੈ, ਇਹਨੂੰ ਕੀ ਕੀਤਾ ਗਿਆ? ਜੰਮੂ ਦਾ ਫੌਜਦਾਰ ਨਿਯੁਕਤ ਕੀਤਾ ਗਿਆ। ਇਹ ਉਹੀ ਜ਼ਕਰੀਆ ਖਾਨ ਹੈ ਬੇਸਿਕਲੀ ਜਿਹੜਾ ਛੋਟਾ ਘੱਲੂਘਾਰਾ ਦੇ ਨਾਲ ਜੁੜਿਆ ਹੋਇਆ ਹੈ, ਛੋਟਾ ਘੱਲੂਘਾਰਾ। ਠੀਕ ਹੈ ਜੀ, ਸਿੱਖਾਂ ਨੂੰ ਮੈਸਾਕਰ ਕੀਤਾ ਜਾਊਗਾ ਛੋਟਾ ਘੱਲੂਘਾਰਾ ਦੇ ਵਿੱਚ। ਓਕੇ, ਤਾਂ ਅਬਦੁਸ ਸਮਾਦ ਖਾਨ ਨੂੰ ਕੀ ਕੀਤਾ ਗਿਆ? ਗਵਰਨਰ ਲਾਹੌਰ ਦਾ ਅਪਾਇੰਟ ਕੀਤਾ ਗਿਆ। ਤੇ ਜ਼ਕਰੀਆ ਖਾਨ ਬਹਾਦਰ ਨੂੰ ਕੀ ਕੀਤਾ ਗਿਆ? ਇਹਨੂੰ ਫੌਜਦਾਰ ਜੰਮੂ ਦਾ ਨਿਯੁਕਤ ਕੀਤਾ ਗਿਆ ਸਾਲ 1712 ਦੇ ਵਿੱਚ। ਕਿਉਂਕਿ ਹੁਣ ਇਹ ਤਿਆਰੀ ਕਰ ਰਹੇ ਬੇਸਿਕਲੀ ਕਿ ਆਪਾਂ ਜਿਹੜਾ ਹੈ ਜਿਹੜੇ ਸਿੱਖ ਬੈਂਡਸ ਹੈ, ਸਿੱਖਾਂ ਦੇ ਜਿਹੜੇ ਜੱਥੇ ਹੈ, ਜਿਹੜੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਹੇਠ ਕੰਮ ਕਰ ਰਹੇ ਹਨ, ਲੜਾਈ ਲੜ ਰਹੇ ਹਨ, ਵਿਦਰੋਹ ਕਰ ਰਹੇ ਹਨ, ਇਹਨਾਂ ਨੂੰ ਆਪਾਂ ਕਾਬੂ ਕਰਨਾ ਹੈ। ਠੀਕ ਹੈ ਜੀ, ਓਕੇ। 1713 ਦੇ ਵਿੱਚ ਕੀ ਹੈ? ਬੰਦੇ ਦੀ ਐਕਟੀਵਿਟੀਜ਼ ਵੀ ਵਧੀਆ ਹੋਈਆਂ ਪੂਰੀ ਤਰ੍ਹਾਂ। ਬੰਦਾ ਕੀ ਕਰੂਗਾ ਕਿ ਕੈਪਚਰ ਕਰ ਲੂਗਾ, ਕਬਜ਼ਾ ਕਰ ਲੂਗਾ ਕਲਾਨੌਰ ਤੇ ਬਟਾਲਾ ਵਾਲੀ ਬੈਲਟ ਦੇ ਵਿੱਚ। ਕਲਾਨੌਰ ਤੇ ਬਟਾਲਾ ਵਾਲਾ ਜਿਹੜਾ ਇਲਾਕਾ ਹੈ ਇਹ ਐਗਜ਼ਿਸਟਿੰਗ ਦੇ ਗੁਰਦਾਸਪੁਰ ਚ ਪੈ ਰਿਹਾ ਹੈ। ਠੀਕ ਹੈ ਜੀ, ਕਲਾਨੌਰ ਤੇ ਬਟਾਲਾ 1713 ਦੇ ਵਿੱਚ। ਓਕੇ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਥੇ ਕਬਜ਼ਾ ਕਰ ਲਿਆ। ਇਸਨੇ ਮੁਗਲ ਬਾਦਸ਼ਾਹ ਫਰੂਖ ਸਿਆਰ ਨੂੰ ਨਾਰਾਜ਼ ਕਰ ਦਿੱਤਾ। ਇਸ ਗੱਲ ਤੇ ਜਿਹੜਾ ਫਰੂਖ ਸਿਆਰ ਹੈ ਮੁਗਲ ਬਾਦਸ਼ਾਹ, ਉਹ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ ਹੈ ਅਤੇ ਬਾਦਸ਼ਾਹ ਨੇ ਮੁਗਲ ਫੌਜ ਨੂੰ ਲਾਹੌਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਬੇਸਿਕਲੀ ਉਹਨਾਂ ਦੀ ਫੌਜਾਂ ਜਿਹੜੇ ਸੀ ਜੰਮੂ ਦੇ ਵਿੱਚ ਐਕਟਿਵ ਸੀਗੀਆਂ, ਪਰ ਉਹਨਾਂ ਨੇ ਕੀ ਕੀਤਾ ਕਿ ਜੰਮੂ ਤੋਂ ਸਾਰੀਆਂ ਫੌਜਾਂ ਮੋੜ ਕੇ ਲਾਹੌਰ ਵੱਲ ਨੂੰ ਐਕਟਿਵ ਕੀਤਾ ਸਿਸਟਮ ਤੇ ਤਿੰਨਾਂ ਚਾਰਾਂ ਸਾਈਡਾਂ ਤੋਂ ਲਾਹੌਰ ਵਾਲੀ ਬੈਲਟ ਨੂੰ ਘੇਰਿਆ ਜਾਊਗਾ। ਉਹਦੇ ਵਿੱਚ ਵੀ ਅਲਟੀਮੇਟਲੀ ਜਿਹੜਾ ਗੁਰਦਾਸਪੁਰ ਵਾਲਾ ਇਲਾਕਾ ਹੈ ਉਹਦੇ ਵਿੱਚ ਆਪਾਂ ਦੇਖਾਂਗੇ ਕਿ ਕਿੱਥੇ ਜਾ ਕੇ ਇਹ ਆਖਰੀ ਬੈਟਲ ਲੜੀ ਜਾਊਗੀ, ਜਿਹਦੇ ਵਿੱਚ ਕਿ ਜ਼ਿੰਦਾ ਪਕੜਿਆ ਜਾਊਗਾ ਕਿਹਨੂੰ? ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਨਾਂ ਦੇ ਸਿੱਖਾਂ ਨੂੰ। ਠੀਕ ਹੈ ਜੀ, ਓਕੇ। ਕਹਿੰਦੇ ਮਾਰਚ 1715 ਵਿੱਚ ਲਾਹੌਰ ਦੇ ਮੁਗਲ ਗਵਰਨਰ ਅਬਦੁਲ ਸਮਾਦ ਖਾਨ ਦੀਆਂ ਫੌਜਾਂ ਨੇ ਗੁਰਦਾਸ ਨੰਗਲ ਪਿੰਡ, ਜਿਹੜਾ ਕਿ ਗੁਰਦਾਸਪੁਰ ਸ਼ਹਿਰ ਤੋਂ 6 ਕਿਲੋਮੀਟਰ ਪੱਛਮ ਵੱਲ ਸਥਿਤ ਹੈ, ਗੁਰਦਾਸ ਨੰਗਲ ਵਿੱਚ ਸਿੱਖ ਫੌਜਾਂ ਨੂੰ ਘੇਰ ਲਿਆ। ਫਰੂਖ ਸਿਆਰ ਨਾਰਾਜ਼ ਸੀ ਨਾ ਕਲਾਨੌਰ ਤੇ ਬਟਾਲਾ ਦੇ ਉੱਪਰ ਕਬਜ਼ਾ ਹੋਣ ਤੋਂ ਬਾਅਦ। ਉਹ ਕਹਿੰਦੇ ਵੀ ਹੁਣ ਕਿਵੇਂ ਨਾ ਕਿਵੇਂ ਆਪਾਂ ਇਹਨਾਂ ਨੂੰ ਕਾਬੂ ਕਰਨਾ ਹੈ। ਉਹਦੇ ਲਈ ਉਹ ਕੀ ਕੀਤਾ? ਉਹਨਾਂ ਨੇ ਘੇਰਾ ਪਾ ਲਿਆ ਤੇ ਅਲਟੀਮੇਟਲੀ ਗੁਰਦਾਸ ਨੰਗਲ ਪਿੰਡ ਦੇ ਵਿੱਚ ਘੇਰਾ ਪਊਗਾ। ਗੁਰਦਾਸ ਨੰਗਲ ਜਿਹੜਾ ਉਹ 6 ਕਿਲੋਮੀਟਰ ਪੱਛਮ ਵੱਲ ਹੈ ਕਿਸ ਤੋਂ? ਗੁਰਦਾਸਪੁਰ ਤੋਂ। ਠੀਕ ਹੈ ਜੀ, ਇਹ ਆਪਾਂ ਹੁਣ ਜਿਹੜੀ ਸਾਰੀ ਲਿਸਟ ਦੇਖਣੀ ਹੈ 8 ਜਾਂ 9 ਬੈਟਲਸ ਦੀ, ਉਹਦੇ ਵਿੱਚ ਆਪਾਂ ਦੇਖਾਂਗੇ। ਠੀਕ ਹੈ ਜੀ, ਓਕੇ। ਕਹਿੰਦੇ ਕਿ ਸਿੱਖਾਂ ਨੇ 8 ਮਹੀਨੇ ਮੁਗਲਾਂ ਦੀ ਫੌਜ ਨਾਲ ਟੱਕਰ ਲਈ, ਜਿਹੜੀ ਬੈਟਲ ਆਫ ਗੁਰਦਾਸ ਨੰਗਲ ਚ, ਗੁਰਦਾਸ ਨੰਗਲ ਦਾ ਜਿਹੜਾ ਯੁੱਧ ਹੋਇਆ ਉਹਦੇ ਵਿੱਚ ਲੜਾਈ ਹੋਈ ਹੈ ਜਿਹੜੀ। ਪਰ 7 ਸਤੰਬਰ 1715 ਨੂੰ ਮੁਗਲਾਂ ਨੇ ਸਿੱਖ ਫੌਜ ਨੂੰ ਬੰਦਾ ਸਿੰਘ ਸਣੇ ਫੜ ਲਿਆ, ਜ਼ਿੰਦਾ ਫੜ ਲਿਆ 1715 ਦਸੰਬਰ ਦੇ ਵਿੱਚ। ਠੀਕ ਹੈ ਜੀ, ਫਿਰ ਇਹ ਜਾ ਕੇ ਅਗਲੇ ਸਾਲ ਜਾ ਕੇ 1716 ਦੇ ਵਿੱਚ ਇਹਨਾਂ ਨੂੰ ਕੀ ਕੀਤਾ ਜਾਊਗਾ? ਐਗਜ਼ੀਕਿਊਟ ਕੀਤਾ ਜਾਊਗਾ, ਯਾਨੀ ਕਿ ਇਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਊਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ। ਠੀਕ ਹੈ ਜੀ, ਓਕੇ। 9 ਜੂਨ 1716 ਨੂੰ ਆਖਰਕਾਰ ਦਿੱਲੀ ਵਿੱਚ ਬੰਦਾ ਸਿੰਘ ਬਹਾਦਰ ਨੂੰ ਕਤਲ ਕਰ ਦਿੱਤਾ ਗਿਆ। ਠੀਕ ਹੈ ਜੀ, ਇਹ ਇੰਪੋਰਟੈਂਟ ਇਹਨਾਂ ਦਾ ਪੁਆਇੰਟਸ ਹਨ। ਆ ਡੇਟ ਇੰਪੋਰਟੈਂਟ ਹੈ ਕਿ ਕਿਸ ਦਿਨ ਇਹਨਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਉਹ ਹੈ 9 ਜੂਨ 1716। ਠੀਕ ਹੈ ਜੀ, ਓਕੇ। ਹੁਣ ਇਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਲੜਾਈਆਂ ਹੈ ਇੰਪੋਰਟੈਂਟ ਲੜਾਈਆਂ, ਇਹ ਆਪਾਂ ਦੇਖਣੀਆਂ ਪੇਪਰ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਹਨ।
सब तो पहला की है सोनीपत की लड़ाई, जो खंडे की लड़ाई आप गल की थी ना, खंडे की लड़ाई, खंडा, ये 1709 च होगी। एक पासे कौन है बंदा सिंह बहादुर, दूसरे पासे मुगल जनरल कौन है वजीर खान, ये याद रखना। जितणगे कौन, सिख जितणगे। बैटल ऑफ समाणा, समाणा की लड़ाई 1709 ਦੇ ਵਿੱਚ, ਇੱਕ ਪਾਸੇ ਬੰਦਾ ਸਿੰਘ ਬਹਾਦਰ, ਜਿਹੜੇ ਦੂਸਰੇ ਇਹਨਾਂ ਦੇ ਜਨਰਲ ਨਾਲ ਹਨ ਭਾਈ ਵਿਨੋਦ ਰਾਏ, ਭਾਈ ਬਾਜ ਸਿੰਘ, ਇਹ ਸਾਰੇ ਜਿਹੜੇ ਹੈ ਇਹ ਵੀ ਨਾਲ ਹੋਣਗੇ, ਭਾਈ ਫਤਿਹ ਸਿੰਘ, ਠੀਕ ਹੈ ਜੀ, ਇਹ ਵੀ ਨਾਲ ਹੋਣਗੇ, ਪਰ ਮੇਨ ਲੀਡਰ ਬਾਬਾ ਬੰਦਾ ਸਿੰਘ ਬਹਾਦਰ ਹੈ, ਜਿੱਥੇ ਮੇਨ ਲੀਡਰ ਵਜ਼ੀਰ ਖਾਨ ਹੈ। ਤੇ ਕੌਣ ਜਿੱਤੂਗਾ, ਸਿੱਖ ਜਿੱਤਣਗੇ ਬੈਟਲ ਆਫ ਸਮਾਣਾ ਦੇ ਵਿੱਚ। ਬੈਟਲ ਆਫ ਸਮਾਣਾ ਜਿਹੜੀ ਹੈ, ਸਮਾਣਾ ਦੀ ਲੜਾਈ ਜਿਹੜੀ ਹੈ ਸਾਲ 1709 ਦੀ, ਠੀਕ ਹੈ ਜੀ। ਸੋਨੀਪਤ ਦੀ ਲੜਾਈ 1709, ਠੀਕ ਹੈ ਜੀ, ਸਿੱਖ ਜਿੱਤਣਗੇ। ਅੱਗੇ ਦੇਖਦੇ ਹਾਂ बैटल ऑफ चपड़चिड़ी, आ देखो वेरी इंपॉर्टेंट, 1710 ਦੇ ਵਿੱਚ ਹੈ। ਬੰਦਾ ਸਿੰਘ ਬਹਾਦਰ ਤੇ ਫਤਿਹ ਸਿੰਘ ਇੱਕ ਪਾਸੇ ਹੈ, ਵਜ਼ੀਰ ਖਾਨ ਇੱਕ ਪਾਸੇ ਹੈ, ਵਜ਼ੀਰ ਖਾਨ ਨੂੰ ਮਰਡਰ ਕੀਤਾ ਜਾਊਗਾ ਇੱਥੇ, ਠੀਕ ਹੈ ਜੀ। ਤੇ ਸ਼ਸ਼ਲ ਬੇਗ ਤੇ ਬਸ਼ਲ ਬੇਗ ਤੇ ਜਿਹੜਾ ਤੁਹਾਡਾ ਜਲਾਲੁਦੀਨ ਉਹੀ ਸਮਾਣੇ ਦਾ ਜਿਹੜਾ ਜਲਾਦ ਹੈ, ਜਿਹਨੇ ਕਿ ਜਿਹੜਾ ਕਿ ਜ਼ਿੰਮੇਦਾਰ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਵਾਸਤੇ, ਠੀਕ ਹੈ ਜੀ, ਓਕੇ। ਤਾਂ ਵਜ਼ੀਰ ਖਾਨ ਹੈ ਜਿਹੜਾ, ਇਹਨੂੰ ਵੀ ਇੱਥੇ ਕਿਲ ਕਰ ਦਿੱਤਾ ਜਾਊਗਾ, ਬਦਲਾ ਲਿੱਤਾ ਜਾਊਗਾ, ਮਾਰ ਦਿੱਤਾ ਜਾਊਗਾ ਚੱਪੜਚਿੜੀ ਦੀ ਲੜਾਈ ਦੇ ਵਿੱਚ। ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਿਹੜਾ ਚੱਪੜਚਿੜੀ ਹੈ, ਤੁਹਾਨੂੰ ਪਤਾ ਹੀ ਹੈ ਚੱਪੜਚਿੜੀ ਕਿੱਥੇ ਹੈ, SAS ਨਗਰ ਮੋਹਾਲੀ ਦੇ ਵਿੱਚ। ਉੱਥੇ ਇੱਕ ਬਹੁਤ ਵੱਡੀ ਮੀਨਾਰ ਬਣਾਈ ਜਾਊਗੀ ਨਾ, ਮੀਨਾਰ ਬਣਾਈ ਗਈ ਹੈ ਇਹਨਾਂ ਦੀ ਯਾਦ ਦੇ ਵਿੱਚ, ਉਹਨੂੰ ਕੀ ਕਹਿੰਦੇ ਆ, ਫਤਿਹ ਬੁਰਜ। ਤਾਂ ਫਤਿਹ ਬੁਰਜ ਜਿਹੜੀ ਹੈ ਬੇਸਿਕਲੀ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਯਾਦਗਾਰੀ ਸਥਲ ਹੈ, ਠੀਕ ਹੈ ਜੀ, SAS ਨਗਰ ਮੋਹਾਲੀ ਦੇ ਵਿੱਚ, ਠੀਕ ਹੈ ਜੀ, ਚੱਪੜਚਿੜੀ ਯੁੱਧ ਦੀ ਯਾਦ ਦੇ ਵਿੱਚ, ਓਕੇ। ਇਹ ਐਡੀਸ਼ਨਲ ਇਨਫੋਰਮੇਸ਼ਨ ਹੈ। ਸਧੌੜਾ ਦੀ ਲੜਾਈ ਜਿਹੜੀ ਹੈ ਇਹ ਆਪਾਂ ਦੇਖਣੀ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਦੀਪ ਸਿੰਘ ਵੀ ਨਾਲ ਲੜਦੇ ਹਨ, ਬਾਬਾ ਦੀਪ ਸਿੰਘ ਆ ਗਏ ਹੈ, ਠੀਕ ਹੈ ਜੀ, ਇਹਨਾਂ ਦਾ ਜ਼ਿਕਰ ਹੋਇਆ। ਸਧੌੜਾ ਦੇ ਵਿੱਚ ਕੌਣ ਹੈ, ਉਮਾਨ ਖਾਨ ਤੇ ਹਮੀਦ ਖਾਨ ਆਏ ਹੈ ਤੇ ਸਿੱਖ ਜਿੱਤਣਗੇ, ਠੀਕ ਹੈ ਜੀ, ਸਧੌੜਾ ਦੇ ਵਿੱਚ, ਓਕੇ। ਜਿਹੜਾ ਇਹ ਸਾਰੇ ਇਲਾਕੇ ਯਮੁਨਾ ਨਗਰ ਵਾਲੀ ਬੈਲਟ ਦੇ ਇਲਾਕੇ ਹੈ ਇਹ। दूसरा है लोहगढ़ की लड़ाई। लोहगढ़ ਤੁਹਾਨੂੰ ਪਤਾ ਹੀ ਹੈ ਯਮੁਨਾਗढ़ ਦੇ ਵਿੱਚ ਜਿਹੜਾ ਹੈ ਆਪਾਂ ਡਿਸਕਸ ਕੀਤਾ ਹੈ ਕਿ ਮੁਖਲਿਸਗढ़ ਸੀਗਾ, ਉਹਨੂੰ ਬਾਅਦ ਚ ਲੋਹਗढ़ ਕਿਹਾ ਗਿਆ ਹੈ। ਬੰਦਾ ਸਿੰਘ ਬਹਾਦਰ ਇੱਕ ਪਾਸੇ ਹੈ, ਬਹਾਦਰ ਸ਼ਾਹ ਦੂਸਰੇ ਪਾਸੇ ਹੈ, ਤੇ ਇੱਥੇ ਮੁਗਲ ਜਿੱਤਣਗੇ। ਯਾਨੀ ਕਿ ਬਹਾਦਰ ਸ਼ਾਹ ਜਦੋਂ ਆਇਆ ਹੈ ਤਾਂ ਮੁਗਲ ਜਿੱਤੇ ਹਨ, ਜਦੋਂ ਕਿੰਗ ਆਇਆ ਹੈ, ਠੀਕ ਹੈ ਜੀ, ਓਕੇ। ਫਿਰ ਜੰਮੂ ਦੀ ਲੜਾਈ, ਕਿਉਂਕਿ ਪਹਾੜਾਂ ਦੇ ਵਿੱਚ ਬਹੁਤ ਵਾਰ ਭੱਜਣਾ ਵੀ ਪੈ ਰਿਹਾ ਸੀ, ਛੁਪਣਾ ਪੈ ਰਿਹਾ ਸੀ, ਗੁਰੀਲਾ ਜੰਗ ਲੜਨੀ ਪੈ ਰਹੀ ਸੀ, ਤਾਂ ਜੰਮੂ ਤੱਕ ਜਾ ਕੇ ਲੜਾਈਆਂ ਹੋਣਗੀਆਂ। ਜੰਮੂ ਦੀ ਲੜਾਈ 1712 ਦੀ ਹੋਈ ਹੈ, ਇਹਦੇ ਵਿੱਚ ਭਾਗ ਸਿੰਘ ਲੀਡ ਕਰਨਗੇ, ਠੀਕ ਹੈ ਜੀ, ਤੇ ਉਧਰਲੇ ਪਾਸੇ ਜ਼ਕਰੀਆ ਖਾਨ ਬਹਾਦਰ ਲੀਡ ਕਰੂਗਾ। ਤੇ ਕੌਣ ਜਿੱਤਣਗੇ, ਮੁਗਲ ਜਿੱਤਣਗੇ, ਠੀਕ ਹੈ ਜੀ, ਮੁਗਲ ਜਿੱਤਣਗੇ। बैटल ऑफ चप्पड़चिड़ी, चप्पड़चिड़ी की लड़ाई, सधौड़ा की लड़ाई, लोहगढ़ की लड़ाई ते जम्मू की लड़ाई, ये लाइन वाइज आप डिस्कस करनी है। 1710 1710 1710 ते 1712 इन्हें जेडे सिख पर्सनैलिटीज है ओदे विच आ सिख पर्सनैलिटीज बहुत इंपॉर्टेंट, आ सिख पर्सनैलिटीज बहुत इंपॉर्टेंट है, ठीक है जी। ते इधरले पासों आ सिख मुगल पर्सनैलिटी बहुत इंपॉर्टेंट है, जकरिया खान बहुत इंपॉर्टेंट है, ते वजीर खान। ये तो खैर आपां नूं पता ही लग गया कि रट्टा ही वज जांदा एक तरह कि वजीर खान किहड़ी बैटल च मारिया गया सीगा, तो चलो ठीक है जी आपां देख लिया है। ਇਹ ਬੈਟਲਸ ਦੇ ਨਾਮ ਹੈ, ਤੁਸੀਂ ਯਾਦ ਰੱਖਣੇ ਹੈ। ਇਹ ਇਲਾਕੇ ਕਿਹੜੇ ਸਾਰੇ ਹਰਿਆਣਾ ਦੇ ਵਿੱਚ ਜਿਹੜਾ ਯਮੁਨਾ ਨਗਰ ਹੈ ਉਹ ਬੜਾ ਸਾਰਾ ਇਹ ਬੈਲਟ ਹੈ ਬੇਸਿਕਲੀ। ਮੰਨ ਲਓ ਤੁਸੀਂ ਮੰਨ ਕੇ ਚੱਲੋ ਕਿ ਜਿਹੜਾ ਦਿੱਲੀ ਤੇ ਯੂਪੀ, ਦਿੱਲੀ ਤੋਂ ਗਾਹਾਂ ਯੂਪੀ ਤੱਕ ਦਾ ਸਾਰਾ ਇਲਾਕਾ ਜਿਹੜਾ ਹੈਗਾ ਉੱਥੇ ਤੱਕ ਇਹ ਐਕਟਿਵ ਹੋਏ ਹੋਏ ਸੀ ਸਿੱਖ, ਕਿਉਂਕਿ ਮੁਗਲਾਂ ਦਾ ਰਾਜ ਸਾਰੇ ਏਰੀਆ 'ਚ ਫੈਲਿਆ ਹੋਇਆ ਸੀਗਾ। ਇਧਰਲੇ ਪਾਸੇ ਸਤਲੁਜ ਤੱਕ ਐਕਟਿਵ ਹੋਏ ਹੋਏ ਸੀਗੇ, ਠੀਕ ਹੈ ਜੀ। ਉਧਰਲੇ ਪਾਸੇ ਉੱਪਰ ਜੰਮੂ ਤੱਕ ਐਕਟਿਵ ਹੋਏ ਹੋਏ ਸੀਗੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਰੇਡਸ ਹੋ ਰਹੀਆਂ ਸਨ, ਓਕੇ। बैटल ऑफ राहों, ਜਿਹੜੀ ਰਾਹੋਂ ਦੀ ਲੜਾਈ ਹੈ ਇਹ ਵੀ ਆਪਾਂ ਦੇਖਣੀ ਹੈ, ਠੀਕ ਹੈ ਜੀ। ਇਹ ਜਿਹੜਾ ਰਾਹੋਂ ਹੈ ਬੇਸਿਕਲੀ ਇਹ ਤੁਹਾਡਾ ਜਿਹੜਾ ਨਵਾਂ ਸ਼ਹਿਰ ਹੈ, ਨਵਾਂ ਸ਼ਹਿਰ ਉੱਥੇ ਉਸ ਬੈਲਟ ਦੇ ਵਿੱਚ ਇਹ ਲੋਕੇਸ਼ਨ ਪੈਂਦੀ ਹੈ। ਇੱਥੇ ਸ਼ਮਸ ਖਾਨ ਜਿਹੜਾ ਹੈ ਉਹ ਲੀਡ ਕਰੂਗਾ, ਉਧਰਲੇ ਪਾਸੇ ਬੰਦਾ ਸਿੰਘ ਬਹਾਦਰ ਲੀਡ ਕਰਨਗੇ ਤੇ ਸਿੱਖ ਜਿੱਤਣਗੇ, ਠੀਕ ਹੈ ਜੀ। ਇਹ ਤੁਸੀਂ ਧਿਆਨ ਰੱਖਣਾ। ਜਲਾਲਾਬਾਦ, ਇਹ ਜਲਾਲਾਬਾਦ ਯੂਪੀ ਦੇ ਵਿੱਚ बेसिकली एक छोटा जिहा इलाका हैगा, शामली डिस्ट्रिक्ट है यूपी का, उत्थे ये एरिया पैंदा है, ठीक है जी। अब तुसीं दिल्ली तो अगे नूं जाओगे तो यूपी दे विच एंटर करांगे, उत्थे ये बेल्ट पैंदी है ते उत्थे बंदा सिंह बहादुर ते जलाल खान इन्हां दे विच आपस च लड़ाई होऊगी। सिख जितणगे पर इलाके नूं कब्जे च नहीं लै सकणगे। वो बैटल किहड़ी है, बैटल ऑफ जलालाबाद। ये जलालाबाद यूपी वाला जलालाबाद है, पाकिस्तान वाला जलालाबाद नहीं है, ठीक है जी, पंजाब वाला जलालाबाद, ओके। लास्ट बट नॉट द लिस्ट द मोस्ट इंपॉर्टेंट बैटल, बैटल ऑफ गुरदास नंगल, ठीक है जी। दुनी चंद दी हवेली है, दुनी चंद दी हवेली, उत्थे ये लोग
ਸ਼ੈਲਟਰ ਲੈਣਗੇ, ਸਾਰਾ ਰਸਦ ਇਕੱਠਾ ਕਰ ਲੈਣਗੇ, ਉੱਥੇ ਆਪਦਾ ਸਾਰਾ ਹਥਿਆਰ ਸਾਜੋ ਸਮਾਨ ਇਕੱਠਾ ਕਰ ਲੈਣਗੇ ਤੇ ਲੜਾਈ ਦੇ ਲਈ ਤਿਆਰ ਬਰ ਤਿਆਰ ਹੋ ਜਾਣਗੇ। ਠੀਕ ਹੈ ਜੀ। ਉੱਥੇ ਤਿੰਨਾਂ ਸਾਈਡਾਂ ਤੋਂ ਘੇਰਾ ਪੈ ਰਿਹਾ ਹੈ। ਅਬਦੁਲ ਅਬਦ ਸਮਾਦ ਖਾਨ ਆ ਰਿਹਾ ਹੈ, ਜ਼ਕਰੀਆ ਖਾਨ ਆ ਰਿਹਾ ਹੈ ਫਾਰੂਕ ਸਿਆਰ ਦੀ ਅਗਵਾਈ ਦੇ ਵਿੱਚ। ਫਾਰੂਕ ਸਿਆਰ ਨਹੀਂ ਆਊਗਾ, ਬੇਸਿਕਲੀ ਅਬਦੁਲ ਅਬਦ ਸਮਾਦ ਖਾਨ ਜਿਹੜਾ ਉਹ ਲੀਡ ਕਰੂਗਾ ਬੈਟਲ ਆਫ ਗੁਰਦਾਸ ਨੰਗਲ ਨੂੰ। ਪਰ ਕਿਹਾ ਜਾਊਗਾ ਕਿ ਫਾਰੂਕ ਸਿਆਰ ਹੈ ਇੱਕ ਪਾਸੇ, ਪਰ ਹੈ ਕੌਣ ਬੇਸਿਕਲੀ? ਅਬਦ ਅਲ ਸਮਾਦ ਖਾਨ। ਉਹ ਕੌਣ ਹੈ ਅਬਦ ਅਲ ਸਮਾਦ ਖਾਨ? ਆਪਾਂ ਕਰਕੇ ਆਏ हैं गवर्नर ऑफ लाहौर, राइट? ओके। ਤੇ ਜ਼ਕਰੀਆ ਖਾਨ ਵੀ ਆਊਗਾ ਤੇ ਮੁਗਲ ਜਿੱਤਣਗੇ। ਬੇਸਿਕਲੀ ਸਟ੍ਰੈਟਜੀ ਕੀ ਬਣਾਈ ਜਾਊਗੀ ਕਿ 8 ਮਹੀਨੇ ਤੱਕ ਘੇਰਾ ਪਿਆ ਰਹੂਗਾ, ਸਿੱਧੀ ਡਾਇਰੈਕਟ ਫਾਈਟ ਨਹੀਂ ਹੋਊਗੀ ਤੇ ਇਹਨਾਂ ਦੀ ਸਪਲਾਈ ਲਾਈਨਸ ਨੂੰ, ਰਸਦ ਨੂੰ ਕੱਟਿਆ ਜਾਊਗਾ ਸਿੱਖਾਂ ਦੀ। ਠੀਕ ਹੈ ਜੀ। ਤੇ 7-8 ਮਹੀਨੇ ਬਾਅਦ ਜਦੋਂ ਰਸਦ ਖਤਮ ਹੋ ਜੂਗੀ ਤਾਂ ਉਸ ਤੋਂ ਬਾਅਦ ਹਵੇਲੀ ਦੇ ਅੰਦਰ ਐਂਟਰ ਕੀਤਾ ਜਾਊਗਾ ਤੇ ਜ਼ਿੰਦਾ ਫੜ ਲਿਆ ਜਾਊਗਾ ਤੇ ਸਿੱਖ ਇਸ ਹਾਲਤ ਦੇ ਵਿੱਚ ਹੋਣਗੇ ਕਿ ਉਹ ਲੜਨ ਦੀ ਹਾਲਤ ਵਿੱਚ ਨਹੀਂ ਹੈ, ਉਹਨਾਂ ਦੇ ਸਰੀਰ ਇੰਨੇ ਕਮਜ਼ੋਰ ਹੋ ਚੁੱਕੇ ਹੈ ਖਾਣਾ ਨਾ ਖਾਣ ਕਰਕੇ ਜਾਂ ਹੋਰ ਜਿਹੜੀ ਵੀ ਉਹਨਾਂ ਨੂੰ ਸਮਾਨ ਚਾਹੀਦਾ ਜ਼ਿੰਦਾ ਰਹਿਣ ਦੇ ਲਈ ਉਹਦੇ ਵਾਸਤੇ, ਤੇ ਨਾ ਹੀ ਉਹ ਹਥਿਆਰ ਚਲਾਉਣ ਦੇ ਉਸ ਟਾਈਮ ਉਸ ਸਥਿਤੀ ਦੇ ਵਿੱਚ ਹਨ। ਠੀਕ ਹੈ ਜੀ। ਤਾਂ ਬੈਟਲ ਆਫ ਗੁਰਦਾਸ ਨੰਗਲ ਜਿਹੜੀ ਹੈ ਗੁਰਦਾਸਪੁਰ ਵਾਲੀ ਬੈਲਟ ਦੇ ਵਿੱਚ ਹੈ, 6 ਕਿਲੋਮੀਟਰ ਪੱਛਮ ਵਾਲਾ ਇਲਾਕਾ ਪੈਂਦਾ ਹੈ। ਠੀਕ ਹੈ ਜੀ। ਫਾਰੂਕ ਸਿਆਰ ਹੈ ਉਸ ਟਾਈਮ ਮੁਗਲ ਕਿੰਗ ਜਾਂ ਮੁਗਲ ਬਾਦਸ਼ਾਹ। ਅਬਦੁਲ ਅਬਦ ਸਮਾਦ ਖਾਨ ਦੀ ਅਗਵਾਈ ਦੇ ਹੇਠ ਇਹ ਮੁਗਲ ਫੌਜਾਂ ਲੀਡ ਕਰਨਗੀਆਂ ਤੇ ਮੁਗਲਾਂ ਦੀ ਜਿੱਤ ਹੋਊਗੀ। ਠੀਕ ਹੈ ਜੀ। ਇਹਦੇ ਵਿੱਚ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਪਚਰ ਕਰ ਲਿਆ ਜਾਊਗਾ ਤੇ ਉਸ ਤੋਂ ਬਾਅਦ ਐਗਜ਼ੀਕਿਊਟ ਕੀਤਾ ਜਾਊਗਾ ਅਗਲੇ ਸਾਲ ਦਸੰਬਰ ਦੇ ਵਿੱਚ ਫੜਨ ਤੋਂ ਬਾਅਦ ਅਗਲੇ ਸਾਲ ਜੂਨ ਦੇ ਵਿੱਚ ਸਾਲ 1716 ਦੇ ਵਿੱਚ। ਤਾਂ ਇਹ ਮੋਟਾ-ਮੋਟਾ ਪੁਆਇੰਟਸ ਆਪਾਂ ਜਿਹੜੇ ਡਿਸਕਸ ਕੀਤੇ ਹੈ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਨ। ਕੰਪਾਈਲ ਕਰਦੇ हैं ਅੱਗੇ ਚੱਲ ਕੇ। कहते कि बंदा सिंह बहादुर, लक्ष्मण देव, और नाम माधोदास, बंदा बैरागी, माधोदास बैरागी ऐ करके। जन्म किथे होया? राजौरी, पुंछ, जम्मू कश्मीर दे विच साल 1617 दे विच। 45 साल दी उम्र दे विच 1716 9 जून ਨੂੰ ਐਗਜ਼ੀਕਿਊਟ ਕੀਤਾ ਗਿਆ, ਸ਼ਹੀਦ ਕੀਤਾ ਗਿਆ ਦਿੱਲੀ ਦੇ ਵਿੱਚ। ਬੱਚੇ ਦਾ ਨਾਮ ਹੈ ਅਜੈ ਸਿੰਘ। ਇਹਨਾਂ ਦਾ ਆਪਾਂ ਨੂੰ ਪਤਾ ਹੈ ਜੋ ਤਸ਼ੱਦਦ ਢਾਏ ਗਏ ਸੀ ਕਿ ਕੀ ਕੁਝ ਕੀਤਾ ਗਿਆ ਸੀ, ਉਹ ਆਪਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਇਹਨਾਂ ਦਾ ਬੱਚਾ ਵੀ ਜਿਹੜਾ ਹੈ ਉਹ ਮਰਡਰ ਕੀਤਾ ਜਾਊਗਾ ਇਹਨਾਂ ਦੇ ਅੱਖਾਂ ਦੇ ਸਾਹਮਣੇ। ਬੰਦਾ ਸਿੰਘ ਬਹਾਦਰ ਦੇ ਵਕਤ ਮੁਗਲ ਬਾਦਸ਼ਾਹ ਕੌਣ ਸੀਗਾ? ਫਾਰੂਕ ਸਿਆਰ। ਤਾਂ ਇਹ ਸਾਰੇ ਇੰਪੋਰਟੈਂਟ ਪੁਆਇੰਟਸ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਸਤੇ ਬਾਰੇ ਤੇ ਤੁਸੀਂ ਇਹਨਾਂ ਨੂੰ ਸਾਰੇ ਪੁਆਇੰਟਸ ਨੂੰ ਯਾਦ ਕਰ ਲੈਣਾ। ਥੈਂਕ ਯੂ ਵੈਰੀ ਮਚ।